Morning students, now we will discuss about our next topic number 6 of chapter 4th। ਆਪਾਂ ਨੂੰ ਪਤਾ ਹੀ ਆਪਾਂ ਇਹ ਤੋਂ ਪਹਿਲਾਂ ਟਾਈਪਸ ਆਫ ਮਨੀ ਨੂੰ ਕੰਪਲੀਟ ਕੀਤਾ। ਦੈਨ ਅੱਜ ਦਾ ਟੌਪਿਕ ਆਪਣਾ ਡਿਫਰੈਂਸ ਬਿਟਵੀਨ ਮਨੀ ਐਂਡ ਨੀਅਰ ਮਨੀ। ਠੀਕ ਹੈ, ਮਨੀ ਅਤੇ ਰੀਅਲ ਮਨੀ ਦੇ ਵਿੱਚ ਕੀ ਡਿਫਰੈਂਸ ਆ ਉਹਨਾਂ ਨੂੰ ਡਿਸਕਸ ਕਰਾਂਗੇ। ਠੀਕ ਹੈ, ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਆਪਾਂ ਨੂੰ ਪਤਾ ਵੀ ਨੀਅਰ ਮਨੀ ਨੂੰ ਹੋਰ ਕੀ ਕਿਹਾ ਜਾਂਦਾ, ਕ੍ਰੈਡਿਟ ਮਨੀ ਵੀ ਕਿਹਾ ਜਾਂਦਾ। ਠੀਕ ਹੈ, no doubt money and near money play an important role in the modern business world। ਠੀਕ ਹੈ, ਕੀ ਕਹਿੰਦੇ ਆ, ਮਨੀ ਅਤੇ ਨੀਅਰ ਮਨੀ ਦੋਨੋਂ ਹੀ ਆਪਣੀ ਇਕੋਨਮੀ ਦੇ ਵਿੱਚ, ਆਪਣੇ ਵਰਲਡ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਰੋਲ ਆ ਜਿਹੜਾ ਅਦਾ ਕਰਦੀਆਂ। ਬਟ ਬੋਥ ਆਰ ਡਿਫਰੈਂਟ ਇਨ ਸਮ ਰਿਸਪੈਕਟ ਸਚ ਐਜ਼, ਪਰ ਇਹ ਦੋਨਾਂ ਦੇ ਵਿੱਚ ਕੁਝ ਫਰਕ ਪਾਏ ਜਾਂਦੇ, ਕੁਝ ਡਿਫਰੈਂਸ ਪਾਏ ਜਾਂਦੇ ਆ ਮਨੀ ਅਤੇ ਨੀਅਰ ਮਨੀ। ਹੁਣ ਆਪਾਂ ਦੇਖਦੇ ਹਾਂ ਵੀ ਇਹਨਾਂ ਵਿੱਚ ਕੀ ਕੀ ਇਹੋ ਜਿਹੇ ਡਿਫਰੈਂਸ ਆ ਜਿਹੜੇ ਨੀਅਰ ਮਨੀ ਨੂੰ ਅਤੇ ਮਨੀ ਨੂੰ ਆਪਸ ਤੋਂ ਅਲੱਗ ਕਰਦੇ ਆ। ਠੀਕ ਹੈ, ਫਸਟ ਕੀ ਆ, ਮਨੀ ਰੈਫਰਸ ਟੂ ਦਾ ਮਨੀ ਐਕਚੁਅਲੀ ਇਨ ਸਰਕੂਲੇਸ਼ਨ ਮਤਲਬ ਆਪਣੀ ਇਕੋਨਮੀ ਦੇ ਵਿੱਚ ਜਿੰਨਾ ਵੀ ਪੈਸਾ ਘੁੰਮ ਰਿਹਾ, ਚਾਹੇ ਉਹ ਕਿਹੜੀ ਫੋਰਮ 'ਚ ਹੋਵੇ, ਨੋਟਸ ਦੀ ਮਤਲਬ ਪੇਪਰ ਕਰੰਸੀ, ਜਾਂ ਕੁਆਇਨਸ ਹੋਵੇ, ਜਾਂ ਫਿਰ ਡਿਮਾਂਡ ਡਿਪੋਜ਼ਿਟ ਹੋਵੇ ਮਤਲਬ ਬੈਂਕਾਂ ਦੇ ਵਿੱਚ ਜਮ੍ਹਾਂ ਜੋ ਆਪਾਂ ਪੈਸੇ ਕਰਵਾਉਂਦੇ ਆ ਉਹ ਵਾਲੇ। ਠੀਕ ਹੈ, ਹੁਣ ਕੀ ਆਪਾਂ ਨੂੰ ਪਤਾ ਹੀ ਹੈ ਮਨੀ ਦੇ ਵਿੱਚ ਕੀ ਕੀ ਹੁੰਦਾ। ਮਨੀ ਦੇ ਵਿੱਚ ਕੁਆਇਨਸ, ਠੀਕ ਹੈ, ਨੋਟਸ ਅਤੇ ਡਿਮਾਂਡ ਡਿਪੋਜ਼ਿਟ ਨੂੰ ਸ਼ਾਮਿਲ ਕੀਤਾ ਜਾਂਦਾ। ਇਹਦੇ ਤੋਂ ਬਿਨਾਂ ਨੀਅਰ ਮਨੀ ਇਜ਼ ਦੈਟ ਮਨੀ, ਨੀਅਰ ਮਨੀ ਉਹ ਮਨੀ ਹੁੰਦੀ ਹੈ ਜਿਹਦੇ ਵਿੱਚ ਕੀ ਇਨਕਲੂਡ ਕੀਤਾ ਜਾਂਦਾ, ਚੈੱਕਸ, ਬਿੱਲ ਆਫ ਐਕਸਚੇਂਜ, FD ਜਿਹਨੂੰ ਫਿਕਸਡ ਡਿਪੋਜ਼ਿਟ ਵੀ ਕਿਹਾ ਜਾਂਦਾ, ਜਾਂ ਫਿਰ ਇੰਸ਼ੋਰੈਂਸ ਵਗੈਰਾ ਨੂੰ ਐਡ ਕੀਤਾ ਜਾਂਦਾ। ਠੀਕ ਹੈ, ਨੀਅਰ ਮਨੀ ਕੀ ਹੈ, ਇੱਕ ਮਨੀ ਦੀ ਫੋਰਮ ਆ ਪਰ ਉਹ ਰੀਅਲ ਦੇ ਵਿੱਚ ਮਨੀ ਨਹੀਂ ਹੁੰਦੀ। ਠੀਕ ਹੈ, ਮਤਲਬ ਉਹਦੀ ਸ਼ੇਪ ਕੋਈ ਕੁਆਇਨਸ ਨਹੀਂ ਹੁੰਦੇ, ਕੋਈ ਨੋਟਸ ਨਹੀਂ ਹੁੰਦੇ, ਉਹ ਕੋਈ ਚੈੱਕ ਵਗੈਰਾ, ਬਿਲਸ ਆਫ ਐਕਸਚੇਂਜ ਦਾ FD ਵਗੈਰਾ, ਜਾਂ ਫਿਰ ਇੰਸ਼ੋਰੈਂਸ ਵਗੈਰਾ ਹੋ ਸਕਦੇ ਆ। ਹੁਣ ਆਪਾਂ ਬਿੱਲ ਆਫ ਐਕਸਚੇਂਜ ਕਿਹਨੂੰ ਕਹਿ ਸਕਦੇ ਹਾਂ, ਜਿਵੇਂ ਆਪਾਂ ਕਿਸੇ ਨੂੰ ਉਧਾਰ ਦਿੱਤਾ, ਆਪਾਂ ਉਹਨੂੰ ਕਹਿ ਸਕਦੇ ਹਾਂ ਵੀ 90 ਦਿਨਾਂ ਦੇ ਬਾਅਦ ਤੁਸੀਂ ਆਪਾਂ ਉਹਨੂੰ 1 ਲੱਖ ਰੁਪਇਆ ਦਿੱਤਾ। ਠੀਕ ਹੈ, ਵੀ ਤੁਸੀਂ ਇਹ ਕੀ 90 ਦਿਨਾਂ ਦੇ ਅੰਦਰ ਅੰਦਰ ਤੁਸੀਂ ਵਿਦ ਇੰਟਰਸਟ, ਰੇਟ ਆਫ ਇੰਟਰਸਟ ਮੈਨੂੰ ਵਾਪਸ ਕਰਨੀ ਆ। ਠੀਕ ਹੈ, ਉਹ ਉਹਦੇ ਲਈ ਇੱਕ ਰਿਟਰਨ ਦੇ ਵਿੱਚ ਕੀ ਆ ਉਹ ਲਿਆ ਜਾਂਦਾ ਵਾ, ਰਿਟਰਨ ਦੇ ਵਿੱਚ ਪ੍ਰੋਮਿਸ ਕਹਿ ਸਕਦੇ ਉਹ ਲਿਆ ਜਾਂਦਾ, ਉਹਨੂੰ ਬਿਲਸ ਆਫ ਐਕਸਚੇਂਜ ਕਿਹਾ ਜਾਂਦਾ ਵੀ ਜਿਹਦੇ ਨਾਲ ਕਿ ਉਹ ਵਾਪਸ ਕਰ ਦਿੰਦਾ। ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਮਨੀ ਦੇ ਵਿੱਚ ਕੀ ਆ, ਨੋਟਸ ਵਗੈਰਾ, ਕੁਆਇਨਸ ਵਗੈਰਾ, ਡਿਮਾਂਡ ਡਿਪੋਜ਼ਿਟ ਨੂੰ ਸ਼ਾਮਿਲ ਕੀਤਾ ਜਾਂਦਾ, ਅਤੇ ਨੀਅਰ ਮਨੀ ਦੇ ਵਿੱਚ ਕੀ ਆ, ਚੈੱਕ, ਬਿਲਸ ਆਫ ਐਕਸਚੇਂਜ, FD ਅਤੇ ਇੰਸ਼ੋਰੈਂਸ ਵਗੈਰਾ ਨੂੰ ਐਡ ਕੀਤਾ ਜਾਂਦਾ। ਇਸ ਤੋਂ ਅੱਗੇ ਸੈਕਿੰਡ ਡਿਫਰੈਂਸ ਆ, ਮਨੀ ਇਜ਼ ਪਰਫੈਕਟਲੀ ਲਿਕੁਇਡ ਐਂਡ ਕੈਨ ਬੀ ਯੂਜ਼ਡ ਆਫ ਬਾਏ ਦਾ ਹੋਲਡਰ ਐਟ ਐਨੀ ਟਾਈਮ ਇਨ ਦਾ ਵੇਰੀਅਸ ਟ੍ਰਾਂਜੈਕਸ਼ਨਸ। ਠੀਕ ਹੈ, ਮਨੀ ਕੀ ਹੈ, ਇੱਕ ਲਿਕੁਇਡ। ਠੀਕ ਹੈ, ਪਰਫੈਕਟਲੀ ਲਿਕੁਇਡ ਇਹਨੂੰ ਕਿਹਾ ਜਾਂਦਾ ਕਿਉਂਕਿ ਆਪਾਂ ਸਿੱਧੇ ਤੌਰ 'ਤੇ ਮਨੀ ਦੇ ਕੇ ਆਪਾਂ ਕੋਈ ਵੀ ਵਸਤੂ ਜਾਂ ਸਰਵਿਸ ਲੈ ਸਕਦੇ ਹਾਂ, ਉਹਨਾਂ ਦੀ ਟ੍ਰਾਂਜੈਕਸ਼ਨ ਆ ਜਿਹੜੀ ਉਹ ਕਰ ਸਕਦੇ ਹਾਂ। ਠੀਕ ਹੈ, ਫੋਰ ਐਗਜ਼ਾਮਪਲ ਜੇ ਆਪਾਂ ਕਿਸੇ ਨੂੰ 100 ਰੁਪਇਆ ਦਿੱਤਾ, ਸਿੱਧੇ ਤੌਰ 'ਤੇ ਉਹਨੂੰ 100 ਰੁਪਇਆ ਦਿੱਤਾ ਅਤੇ ਉਦੋਂ ਆਪਾਂ ਕੀ ਲਿਆ, ਬੁੱਕ ਜਾਂ ਫਿਰ ਕਾਪੀ ਲੈ ਲਈ। ਇਸ ਤੋਂ ਬਿਨਾਂ ਆਪਾਂ ਉਹਨੂੰ ਹੋਰ ਕਿਸੇ ਦੁਕਾਨਦਾਰ ਤੋਂ ਕੀ 10 ਰੁਪਏ ਦਿੱਤੇ ਅਤੇ ਪੈਨ ਲੈ ਲਿਆ। ਠੀਕ ਹੈ, ਇਹ ਲਿਕੁਇਡ ਫੋਰਮ ਆ, ਮਤਲਬ ਇਹਦੀ ਮਨੀ ਨੂੰ ਆਪਾਂ ਵੈਸੇ ਹੀ ਚੁੱਕ ਕੇ, ਜਿਵੇਂ ਕੁਆਇਨਸ ਵਗੈਰਾ, ਕੋਈ ਨੋਟ ਵਗੈਰਾ ਚੁੱਕ ਕੇ ਆਪਾਂ ਸਿੱਧੇ ਉਹਦੇ ਨਾਲ ਕੀ ਆ, ਟ੍ਰਾਂਜੈਕਸ਼ਨ ਕਰ ਸਕਦੇ ਹਾਂ। ਇਹਦੇ ਤੋਂ ਬਿਨਾਂ ਕਹਿੰਦੇ ਨੀਅਰ ਮਨੀ ਕੀ ਆ, ਨੀਅਰ ਮਨੀ ਇਜ਼ ਐਨ ਇੰਟਰੈਕਟ ਮੀਡੀਅਮ ਆਫ ਐਕਸਚੇਂਜ ਆ, ਇੰਟਰੈਕਟ। ਠੀਕ ਹੈ, ਇਹ ਪਰਫੈਕਟਲੀ ਆ, ਮਤਲਬ ਸਿੱਧੇ ਤੌਰ 'ਤੇ ਜਿਹੜੀ ਲਿਕੁਇਡ ਫੋਰਮ ਦੇ ਵਿੱਚ ਆਪਾਂ ਇਹਨੂੰ ਦੇ ਦਿੰਦੇ ਹਾਂ, ਅਤੇ ਇਹ ਕੀ ਹੈ, ਇੰਟਰੈਕਟ ਮੀਡੀਅਮ ਆਫ ਐਕਸਚੇਂਜ। ਇਹਦੇ ਨਾਲ ਐਕਸਚੇਂਜ ਤਾਂ ਹੁੰਦਾ ਪਰ ਇਨਡਾਇਰੈਕਟਲੀ ਹੁੰਦਾ। ਠੀਕ ਹੈ, ਇਟ ਇਜ਼ ਨੋਟ ਐਜ਼ ਲਿਕੁਇਡ, ਮਤਲਬ ਇਹ ਲਿਕੁਇਡ ਦੀ ਤਰ੍ਹਾਂ ਨਹੀਂ ਹੁੰਦਾ। ਠੀਕ ਹੈ, ਹੁਣ ਆਪਾਂ ਡਿਸਕਸ ਕਰਾਂਗੇ ਵੀ ਇਨਡਾਇਰੈਕਟ ਮੀਡੀਅਮ ਆਫ ਐਕਸਚੇਂਜ ਕੀ ਹੁੰਦਾ। ਦੇਖੋ, ਨੀਅਰ ਮਨੀ ਹੈਜ਼ ਟੂ ਬੀ ਫਸਟ ਕਨਵਰਟਡ ਇਨਟੂ ਮਨੀ ਐਂਡ ਦੈਨ ਯੂਜ਼ਡ ਫॉर ਦਾ ਵੇਰੀਅਸ ਟ੍ਰਾਂਜੈਕਸ਼ਨਸ। ਮਤਲਬ ਆਪਾਂ ਪੜ੍ਹਿਆ ਸੀ ਵੀ ਇਹਦੇ ਨਾਲ ਇਨਡਾਇਰੈਕਟ ਐਕਸਚੇਂਜ ਹੋ ਜਾਂਦਾ। ਮਤਲਬ ਪਹਿਲਾਂ ਕੀ ਆ, ਜਿਵੇਂ ਮੰਨ ਲਓ ਚੈੱਕ ਵਗੈਰਾ, ਇਹ ਕਿਹਦੀ ਫੋਰਮ ਆ, ਇਹ ਹੈਗੀ ਨੀਅਰ ਮਨੀ ਦੀ ਫੋਰਮ ਆ। ਠੀਕ ਹੈ, ਇਹਨੂੰ ਆਪਾਂ ਪਹਿਲਾਂ ਕੀ ਕਰਾਂਗੇ, ਚੈੱਕ ਨੂੰ ਕੈਸ਼ ਦੇ ਵਿੱਚ ਕਨਵਰਟ ਕਰਾਂਗੇ। ਠੀਕ ਹੈ, ਜਦੋਂ ਆਪਾਂ ਇਹਦੀ ਮਨੀ ਬਣ ਗਈ ਨੀਅਰ ਮਨੀ ਤੋਂ, ਠੀਕ ਹੈ, ਨੀਅਰ ਮਨੀ ਕੀ ਸੀ, ਚੈੱਕ ਵਗੈਰਾ ਸੀ, ਉਹਨੂੰ ਆਪਾਂ ਕੈਸ਼ ਵਿੱਚ ਕਨਵਰਟ ਕਰ ਲਿਆ, ਮਤਲਬ ਮਨੀ ਦੇ ਵਿੱਚ ਕਨਵਰਟ ਕਰ ਲਿਆ। ਦੈਨ ਆਪਾਂ ਇਹਨੂੰ ਟ੍ਰਾਂਜੈਕਸ਼ਨ ਕਰ ਲਈ, ਵਸਤੂਆਂ ਸੇਵਾਵਾਂ ਖਰੀਦਣ ਲਈ ਯੂਜ਼ ਕੀਤਾ। ਇਹ ਕੀ ਹੋ ਗਿਆ, ਇਹ ਆਪਣੀ ਜਿਹੜੀ ਇਨਡਾਇਰੈਕਟ ਜਿਹੜੀ ਮੀਡੀਅਮ ਆਫ ਐਕਸਚੇਂਜ ਹੋ ਗਿਆ, ਤਾਂ ਕਰਕੇ ਨੀਅਰ ਮਨੀ ਨੂੰ ਇਨਡਾਇਰੈਕਟ ਮੀਡੀਅਮ ਆਫ ਐਕਸਚੇਂਜ ਕਿਹਾ ਜਾਂਦਾ। ਠੀਕ ਹੈ, ਇੱਦੋਂ ਅੱਗੇ ਆਪਣਾ ਥਰਡ ਪੁਆਇੰਟ ਆ, ਮਨੀ ਡਜ਼ ਨੋਟ ਅਰਨ ਐਨੀਥਿੰਗ ਆਫ ਇਟਸ ਓਨ। ਮਤਲਬ ਮਨੀ ਜੇ ਆਪਾਂ ਰੱਖ ਲਈ ਆ ਤਾਂ ਇਹ ਕੀ ਆ, ਕੁਝ ਵੀ ਅਰਨ ਨਹੀਂ ਕਰੂਗੀ। ਫੋਰ ਐਗਜ਼ਾਮਪਲ ਤੋਂ ਜ਼ਿਆਦਾ ਕਲੀਅਰ ਹੋਊਗਾ। ਦੇਖੋ, ਮਿਸਟਰ ਡੇਵਿਡ ਕੀਪਸ
$500, ठीक है, इन ਹਿਜ਼ ਸੇਫ, ਮਤਲਬ ਮਿਸਟਰ ਡੇਵਿਡ ਆ ਕੋਈ ਵੀ ਵਿਅਕਤੀ ਆ ਉਹਦੇ ਕੋਲ ਕੀ ਸੀਗੇ $500 ਸੀ ਅਤੇ ਉਹਨੇ ਉਹ ਸੇਫ ਕਰਕੇ ਰੱਖ ਲਏ, ਆਪਣੇ ਘਰ ਵਿੱਚ ਰੱਖ ਲਏ। 5 ਸਾਲਾਂ ਬਾਅਦ ਉਹਨੇ ਦੇਖਿਆ ਵੀ ਉਹ 500 ਹੀ ਸੀ। ਮਤਲਬ ਆਪਾਂ ਨੂੰ ਪਤਾ ਹੀ ਹੈ ਜਦੋਂ ਆਪਾਂ ਕੋਈ ਸੇਵ ਕਰਕੇ ਰੱਖ ਲਾਂਗੇ, ਮਤਲਬ 500 ਰੁਪਏ ਆਪਾਂ ਸੇਵ ਕਰਕੇ ਰੱਖ ਲਿਆ ਅਤੇ 5 ਸਾਲ ਬਾਅਦ ਦੇਖਿਆ ਅਤੇ ਉਹ 500 ਸੀ, ਕਿਉਂਕਿ ਉਹਨਾਂ ਨੇ ਜਿਹੜੇ ਪੈਸੇ ਪਏ ਰਹਿਣੇ ਆ ਉਹਨਾਂ ਨੇ ਕੁਛ ਵੀ ਅਰਨ ਨਹੀਂ ਕਰਨਾ, ਕੋਈ ਵੀ ਉਹਨਾਂ ਤੋਂ ਇਨਕਮ ਨਹੀਂ ਹੋਊਗੀ, ਠੀਕ ਹੈ। ਉਹ ਉੱਦਾਂ ਹੀ $500 ਦਾ $500 ਉੱਦਾਂ ਹੀ ਪਿਆ ਰਹੂਗਾ, ਠੀਕ ਹੈ। ਸੋ ਆਪਾਂ ਕੀ ਕਹਿਣਾ, ਮਨੀ ਡਜ਼ ਨੋਟ ਅਰਨ ਐਨੀਥਿੰਗ ਆਫ ਇਟਸ ਓਨ, ਮਤਲਬ ਇਹ ਆਪਦੇ ਆਪ ਕੁਝ ਵੀ ਅਰਨ ਨਹੀਂ ਕਰ ਸਕਦੀ। ਬਟ ਔਨ ਦਾ ਅਦਰ ਹੈਂਡ, ਬਟ ਜਿਹੜੀ ਨੀਅਰ ਮਨੀ ਆ ਉਹ ਉਹਦੇ ਨਾਲ ਕੀ ਹੋ ਸਕਦਾ, ਨੀਅਰ ਮਨੀ ਹੈਜ਼ ਇਨਕਮ ਅਰਨਿੰਗ ਫੀਚਰ। ਇਹਦਾ ਕਿਹੜਾ ਇੱਕ ਵਿਸ਼ੇਸ਼ਤਾ ਵੀ ਇਹ ਇਨਕਮ ਇਹਦੇ ਨਾਲ ਅਰਨ ਹੁੰਦੀ ਹੈ। ਕਿਵੇਂ ਅਰਨ ਹੁੰਦੀ ਹੈ ਦੇਖੋ, ਜਿਵੇਂ ਕਿ ਆਪਾਂ ਨੂੰ ਪਤਾ ਵੀ ਫਿਕਸਡ ਡਿਪੋਜ਼ਿਟਸ ਆ, ਮਤਲਬ FD ਵਗੈਰਾ ਜਦੋਂ ਆਪਾਂ ਕਰਵਾ ਦਿੰਦੇ ਹਾਂ ਆਪਣੇ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਵਾਤੇ, ਉਹਦੀ FD ਕਰਵਾਤੀ, ਤਾਂ ਆਪਾਂ ਬਹੁਤ ਮੰਨ ਲਓ 5 ਸਾਲਾਂ ਦੀ FD ਕਰਵਾਤੀ, ਉਹਦੇ ਨਾਲ ਕੀ ਆ ਆਪਣੇ ਇੰਟਰਸਟ ਵੀ ਨਾਲ ਐਡ ਹੋ ਜਾਊਗਾ। ਮਤਲਬ ਆਪਾਂ ਬੈਂਕ ਵਾਲਿਆਂ ਨੂੰ ਪੈਸੇ ਦਿੱਤੇ, ਉਹਨਾਂ ਨੂੰ ਵਰਤਣ ਦੇ ਲਈ ਪੈਸੇ ਦਿੱਤੇ ਅਤੇ ਉਹਨਾਂ ਨੇ ਆਪਾਂ ਨੂੰ ਉਹਦੇ ਬਦਲੇ ਵਿੱਚ ਕੀ ਦਿੱਤਾ, ਰੇਟ ਆਫ ਇੰਟਰਸਟ। ਮਤਲਬ ਜਿੰਨੇ ਪੈਸੇ ਸੀ ਉਦੋਂ ਅੱਗੇ ਕੀ ਪਲੱਸ ਹੋ ਜਾਊਗਾ, ਰੇਟ ਆਫ ਇੰਟਰਸਟ ਵੀ ਪਲੱਸ ਹੋ ਜਾਊਗਾ, ਮਤਲਬ ਆਪਣੇ ਪੈਸੇ ਜ਼ਿਆਦਾ ਬਣ ਜਾਣਗੇ, ਠੀਕ ਹੈ। ਇਹ ਕਿਹਦਾ ਫੀਚਰ ਆ, ਨੀਅਰ ਮਨੀ ਦਾ, ਠੀਕ ਹੈ। ਫਿਰ ਆਪਾਂ ਕੀ ਕਹਿ ਸਕਦੇ ਹਾਂ, ਐਂਡ ਮਨੀ ਡਜ਼ ਨੋਟ ਹੈਵ ਇਨਕਮ ਅਰਨਿੰਗ ਫੀਚਰ, ਠੀਕ ਹੈ। ਇਹਦੇ ਵਿੱਚ ਕੀ ਡਿਫਰੈਂਸ ਆ, ਜਿਹੜੀ ਨੀਅਰ ਮਨੀ ਆ ਉਹਦੇ ਵਿੱਚ ਕੀ ਆ, ਇਨਕਮ ਅਰਨਿੰਗ ਫੀਚਰ ਹੈਗਾ ਵਾ, ਅਤੇ ਜਿਹੜੀ ਮਨੀ ਆ ਉਹਦੇ ਵਿੱਚ ਇਹ ਫੀਚਰ ਨਹੀਂ ਹੈਗਾ। ਇੱਥੇ ਆਪਣੇ ਇਹ ਡਿਫਰੈਂਸ ਦੇ 3 ਪੁਆਇੰਟਸ ਆ ਜਿਹੜੇ ਉਹ ਫਿਨਿਸ਼ ਹੋ ਜਾਂਦੇ ਆ। ਅੱਗੇ ਆਪਾਂ ਅਗਲਾ ਟੌਪਿਕ ਦੇਖਦੇ ਹਾਂ। ਦੇਖੋ ਅੱਗੇ ਆ ਸਪਲਾਈ ਆਫ ਮਨੀ। ਵਟ ਇਜ਼ ਸਪਲਾਈ ਆਫ ਮਨੀ? ਸਪਲਾਈ ਆਫ ਮਨੀ ਕਿਹਨੂੰ ਕਿਹਾ ਜਾਂਦਾ? ਦੇਖੋ ਸਪਲਾਈ ਆਫ ਮਨੀ ਰੈਫਰਸ ਟੂ ਦਾ ਟੋਟਲ ਮਨੀ ਹੈਲਡ ਬਾਈ ਦਾ ਪਬਲਿਕ ਐਟ ਦਾ ਪਰਟੀਕੂਲਰ ਪੁਆਇੰਟ ਆਫ ਟਾਈਮ। ਇਹਦੇ ਵਿੱਚ ਕੀ ਯਾਦ ਰੱਖਣਾ, ਪੁਆਇੰਟ ਆਫ ਟਾਈਮ, ਠੀਕ ਹੈ। ਇੱਕ ਪੁਆਇੰਟ ਦੇ ਵਿੱਚ, ਜਦੋਂ ਆਪਾਂ ਪਹਿਲਾਂ ਵੀ ਪੜ੍ਹਿਆ ਸੀ, ਜਿਵੇਂ ਆਪਾਂ 1 ਜਨਵਰੀ ਨੂੰ ਕਾਊਂਟ ਕੀਤਾ ਵੀ ਆਪਣੀ ਸਾਰੀ ਜਨਤਾ ਦੇ ਕੋਲ, ਆਪਣੀ ਸਾਰੀ ਇਕੋਨਮੀ ਦੀ ਜਨਤਾ ਦੇ ਕੋਲ, ਸਾਰੀ ਪਬਲਿਕ ਦੇ ਕੋਲ ਕੁੱਲ ਕਿੰਨੀ ਮਨੀ ਹੈਗੀ ਆ, ਕਰੰਸੀ ਕਿੰਨੀ ਹੈਗੀ ਆ, ਠੀਕ ਹੈ। ਉਹਨਾਂ ਕੋਲ ਨੋਟਸ ਕਿੰਨੇ ਆ, ਉਹਨਾਂ ਕੋਲ ਕੋਇਨਸ ਕਿੰਨੇ ਆ, ਉਹਨਾਂ ਕੋਲ ਡਿਮਾਂਡ ਡਿਪੋਜ਼ਿਟ ਕਿੰਨੇ ਆ, ਉਹਨੂੰ ਕੀ ਕਹਿੰਦੇ ਆ, ਸਪਲਾਈ ਆਫ ਮਨੀ, ਜਿਹੜੀ ਕਿ ਸਾਰੇ ਲੋਕਾਂ ਦੇ ਕੋਲ ਇੱਕ ਪਰਟੀਕੂਲਰ ਪੁਆਇੰਟ ਆਫ ਟਾਈਮ ਵਿੱਚ ਹੁੰਦੀ ਆ। ਹੁਣ ਆਪਾਂ ਅੱਗੇ ਦੇਖਦੇ ਹਾਂ। The term public means individuals and the business firms of the country excluding the producers of money, ਠੀਕ ਹੈ। ਹੁਣ ਆਪਾਂ ਇੱਥੇ ਪਬਲਿਕ ਯੂਜ਼ ਕੀਤਾ ਸੀ ਵਰਡ, ਮਤਲਬ ਸਾਰੀ ਪਬਲਿਕ ਦੇ ਕੋਲ ਜਿੰਨਾ ਵੀ ਪੈਸਾ ਉਹਨੂੰ ਕੀ ਕਿਹਾ ਜਾਂਦਾ, ਸਪਲਾਈ ਆਫ ਮਨੀ ਕਿਹਾ ਜਾਂਦਾ। ਹੁਣ ਆਪਾਂ ਦੇਖਾਂਗੇ ਵੀ ਪਬਲਿਕ ਦੇ ਵਿੱਚ ਕੌਣ ਕੌਣ ਆ ਜਾਂਦਾ। ਪਬਲਿਕ ਦੇ ਵਿੱਚ ਇੰਡੀਵਿਜੂਅਲਸ, ਮਤਲਬ ਆਪਾਂ ਸਾਰੇ ਲੋਕ, ਅਤੇ ਬਿਜ਼ਨਸ ਫਰਮਸ ਜਿਹੜੇ ਪ੍ਰੋਡਿਊਸਰਸ ਹੁੰਦੇ ਆ ਉਹਨਾਂ ਨੂੰ ਸ਼ਾਮਿਲ ਕੀਤਾ ਜਾਂਦਾ, ਠੀਕ ਹੈ। ਪਰ ਜਿਹੜੇ ਪਬਲਿਕ ਆ ਉਹਨਾਂ ਵਿੱਚ ਕਿਹਨੂੰ ਐਕਸਕਲੂਡ ਕੀਤਾ ਜਾਂਦਾ, ਕਿਹਨੂੰ ਨਹੀਂ ਐਡ ਕੀਤਾ ਜਾਂਦਾ, ਜਿਹੜੇ ਪ੍ਰੋਡਿਊਸਰ ਆਫ ਮਨੀ ਆ, ਜਿਹੜੇ ਮਨੀ ਨੂੰ ਪ੍ਰੋਡਿਊਸ ਕਰਦੇ ਆ। ਹੁਣ ਆਪਾਂ ਦੇਖਾਂਗੇ ਵੀ ਪ੍ਰੋਡਿਊਸਰ ਆਫ ਮਨੀ ਕੌਣ ਨੇ। ਦੇਖੋ ਪ੍ਰੋਡਿਊਸਰ ਆਫ ਮਨੀ ਗੌਰਮੈਂਟ, ਸੈਂਟਰਲ ਬੈਂਕ ਜਿਹਨੂੰ RBI ਵੀ ਕਿਹਾ ਜਾਂਦਾ, ਠੀਕ ਹੈ। RBI ਆਪਣਾ ਸੈਂਟਰਲ ਬੈਂਕ ਆ ਜੋ ਕਿ ਗੌਰਮੈਂਟ ਦਾ ਬੈਂਕ ਹੁੰਦਾ, ਅਤੇ ਕਮਰਸ਼ੀਅਲ ਬੈਂਕਸ, ਇਹਨਾਂ ਨੂੰ ਪ੍ਰੋਡਿਊਸਰ ਆਫ ਮਨੀ ਕਿਹਾ ਜਾਂਦਾ ਕਿਉਂਕਿ ਇਹ ਮਨੀ ਨੂੰ ਪ੍ਰੋਡਿਊਸ ਕਰਦੇ ਆ। ਜਿਹੜੀ ਇਹ ਗਵਰਨਮੈਂਟ ਆ ਇਹ ਮਨੀ ਨੂੰ ਇਸ਼ੂ ਕਰਦੀ ਹੈ, ਸੈਂਟਰਲ ਬੈਂਕ ਕੀ ਕਰਦਾ, ਮਨੀ ਨੂੰ ਬਣਾਉਂਦਾ ਵਾ, ਠੀਕ ਹੈ। ਇਹਨਾਂ ਤੋਂ ਬਿਨਾਂ ਜਿਹੜੇ ਵੀ ਲੋਕਾਂ ਦੇ ਵਿੱਚ, ਜੋ ਵੀ ਆਪਣੀ ਕੰਟਰੀ ਦੇ ਵਿੱਚ ਪਬਲਿਕ ਰਹਿੰਦੀ ਆ, ਠੀਕ ਹੈ, ਚਾਹੇ ਉਹ ਇੰਡੀਵਿਜੂਅਲ ਹੋਣ, ਚਾਹੇ ਉਹ ਬਿਜ਼ਨਸ ਫਰਮਸ ਹੋਣ, ਠੀਕ ਹੈ, ਸਾਰਿਆਂ ਦੇ ਕੋਲ ਜਿੰਨੀ ਵੀ ਮਨੀ ਹੁੰਦੀ ਆ ਉਹਨਾਂ ਨੂੰ ਕੀ ਕਿਹਾ ਜਾਂਦਾ, ਸਪਲਾਈ ਆਫ ਮਨੀ ਕਿਹਾ ਜਾਂਦਾ। ਇੱਦੋਂ ਅੱਗੇ ਦੇਖੋ, ਸਿੰਸ ਦਾ ਸਪਲਾਈ ਆਫ ਮਨੀ ਇਜ਼ ਮੈਜ਼ਰ ਐਟ ਦਾ ਪਰਟੀਕੂਲਰ ਪੁਆਇੰਟ ਆਫ ਟਾਈਮ। ਜਦੋਂ ਮਨੀ ਨੂੰ ਇੱਕ ਪਰਟੀਕੂਲਰ ਪੁਆਇੰਟ ਆਫ ਟਾਈਮ, ਮਤਲਬ ਤੁਹਾਨੂੰ ਪਤਾ ਹੀ ਆ ਪੁਆਇੰਟ ਆਫ ਟਾਈਮ ਕੀ ਹੁੰਦਾ, ਜਦੋਂ ਫਿਕਸਡ ਡੇਟ ਦਿੱਤੀ ਜਾਂਦੀ ਹੈ ਕੋਈ, ਠੀਕ ਹੈ, ਜਿਵੇਂ 1 ਜਨਵਰੀ ਦਿੱਤੀ, ਠੀਕ ਹੈ, 31 ਮਾਰਚ ਦਿੱਤਾ, ਠੀਕ ਹੈ, ਇਹ ਕੀ ਹੈ, ਪੁਆਇੰਟ ਆਫ ਟਾਈਮ, ਠੀਕ ਹੈ। ਜਦੋਂ ਮਨੀ ਨੂੰ ਉਦੋਂ ਮਾਪਿਆ ਜਾਂਦਾ ਪੁਆਇੰਟ ਆਫ ਟਾਈਮ 'ਤੇ, ਉਦੋਂ ਕੀ ਹੈ, ਇਹ ਸਟਾਕ ਕੰਸੈਪਟ ਹੈ, ਮਤਲਬ ਇਹ ਇੱਕ ਥਾਂ 'ਤੇ ਖੜ੍ਹਾ ਹੁੰਦਾ, ਠੀਕ ਹੈ। ਇਸ ਤੋਂ ਬਿਨਾਂ ਅੱਗੇ ਆਪਾਂ ਦੇਖਦੇ ਹਾਂ, ਬਟ ਹੇਅਰ ਇਟ ਸ਼ੁੱਡ ਬੀ ਨੋਟਡ ਡੈਟ, ਕਹਿੰਦੇ ਇਹ ਵੀ ਨੋਟ ਕਰ ਲੈਣਾ ਚਾਹੀਦਾ ਕਿ ਵੈਨ ਮਨੀ ਇਜ਼ ਸਪੈਂਡ ਸੈਵਰਲ ਟਾਈਮਸ ਡਿਊਰਿੰਗ ਆ ਪੀਰੀਅਡ ਆਫ ਟਾਈਮ, ਪੀਰੀਅਡ ਆਫ ਟਾਈਮ ਮਤਲਬ ਇੱਕ ਮੰਥ ਵਿੱਚ, ਠੀਕ ਹੈ, ਜਾਂ ਮੰਥ ਨੂੰ, ਜਾਂ ਫਿਰ 1 ਈਅਰ ਦੇ ਵਿੱਚ, ਠੀਕ ਹੈ। ਜੇ ਆਪਾਂ ਇਹਨਾਂ ਟਾਈਮ ਦੇ ਵਿੱਚ, ਪੀਰੀਅਡ ਆਫ ਟਾਈਮ ਦੇ ਵਿੱਚ ਮਨੀ ਨੂੰ ਮੈਜ਼ਰ ਕਰਦੇ ਹਾਂ, ਮਨੀ ਨੂੰ ਮਾਪਦੇ ਹਾਂ, ਜਾਂ ਮਨੀ ਨੂੰ ਸਪੈਂਡ ਕੀਤਾ ਜਾਂਦਾ, ਮਤਲਬ ਉਹਨਾਂ ਦੀ ਵਰਤੋਂ ਗੁਡਸ ਅਤੇ ਸਰਵਿਸ ਨੂੰ ਖਰੀਦਣ ਲਈ ਕੀਤੀ ਜਾਂਦੀ ਹੈ, ਤਾਂ ਮਨੀ ਸਪਲਾਈ ਇੱਕ ਕੀ ਬਣ ਜੂਗਾ, ਇੱਕ ਫਲੋ ਕੰਸੈਪਟ ਬਣ ਜੂਗਾ, ਕਿਉਂਕਿ ਉਹਨਾਂ ਦਾ ਫਲੋ ਆ ਕਿਹੜਾ,
ਚੱਲ ਰਿਹਾ, ਉਹ ਇੱਕ ਥਾਂ 'ਤੇ ਖੜੀ ਨਹੀਂ ਹੈਗੀ, ਠੀਕ ਹੈ। ਪਰ ਇਹਦੇ ਵਿੱਚ ਕੀ ਆ, ਜਦੋਂ ਪੁਆਇੰਟ ਆਫ ਟਾਈਮ ਆ ਉਦੋਂ ਕੀ ਆ, ਮਨੀ ਸਪਲਾਈ ਇੱਕ ਸਟਾਕ ਕੰਸੈਪਟ ਆ। ਜਦੋਂ ਇਹ ਪੀਰੀਅਡ ਆਫ ਟਾਈਮ 1 ਮੰਥ 1 ਈਅਰ, ਠੀਕ ਹੈ, ਇਹਦੇ ਵਿੱਚ ਕੀ ਆ, ਮਨੀ ਆਫ ਸਪਲਾਈ ਕਿਹੜਾ ਕੰਸੈਪਟ ਆ, ਇੱਕ ਫਲੋ ਕੰਸੈਪਟ ਆ। ਅੱਗੇ ਦੇਖੋ, ਪ੍ਰੋਫੈਸਰ ਇਰਵਿੰਗ ਫਿਸ਼ਰ ਜੋ ਕਿ ਇੱਕ ਕਲਾਸੀਕਲ ਜਿਹੜੇ ਕਿ ਪੁਰਾਣੇ ਇਕਨੋਮਿਕਸ ਸੀ, ਉਹਨਾਂ ਨੇ ਕੀ ਕੀਤਾ, ਸਪਲਾਈ ਦੀ ਇੱਕ ਇਕੁਏਸ਼ਨ ਦਿੱਤੀ ਤੇ ਉਹਨਾਂ ਨੇ ਕਿਹਾ ਵੀ ਜਿਹੜੀ ਸਪਲਾਈ ਆਫ ਮਨੀ ਹੈ ਇੱਕ ਫਲੋ ਕੰਸੈਪਟ ਆ, ਠੀਕ ਆ। ਉਹਨਾਂ ਦੀ ਇਕੁਏਸ਼ਨ ਨੂੰ ਕੀ ਕਿਹਾ ਜਾਂਦਾ, ਇਕੁਏਸ਼ਨ ਆਫ ਐਕਸਚੇਂਜ, ਠੀਕ ਹੈ। ਇੱਕ ਬਹੁਤ ਹੀ ਜ਼ਿਆਦਾ ਫੇਮਸ ਇਕੁਏਸ਼ਨ ਹੈ ਇਹਨਾਂ ਦੀ। ਇਕੁਏਸ਼ਨ ਦਾ ਨਾਮ ਕੀ ਸੀ, ਇਕੁਏਸ਼ਨ ਆਫ ਐਕਸਚੇਂਜ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ MV = PT। ਮਤਲਬ ਇੱਥੇ M ਕੀ ਆ, ਮਨੀ ਇਨ ਦਾ ਸਰਕੂਲੇਸ਼ਨ, ਮਤਲਬ ਸਾਰੀ ਇਕੋਨਮੀ ਦੇ ਵਿੱਚ ਕਿੰਨੀ ਮਨੀ ਆ। ਵੈਲੋਸਿਟੀ ਆਫ ਮਨੀ ਇਨ ਦਾ ਸਰਕੂਲੇਸ਼ਨ, ਵੈਲੋਸਿਟੀ ਮਤਲਬ ਉਹਦੀ ਸਪੀਡ ਕਿੰਨੀ ਆ, ਕਿੰਨੇ ਲੋਕਾਂ ਦੇ ਕੋਲ ਮਨੀ ਜਾ ਰਹੀ ਆ, ਠੀਕ ਹੈ। ਇਹ ਕਿਹਦੇ ਇਕੁਅਲ ਆ, ਪ੍ਰਾਈਸ ਆਫ, ਠੀਕ ਹੈ, ਪ੍ਰਾਈਸ ਕਿਹਦਾ, ਟੋਟਲ ਟ੍ਰਾਂਜੈਕਸ਼ਨਸ, ਠੀਕ ਹੈ। T ਸਟੈਂਡ ਫॉर ਟੋਟਲ ਟ੍ਰਾਂਜੈਕਸ਼ਨ, P ਸਟੈਂਡ ਫॉर ਪ੍ਰਾਈਸ, ਠੀਕ ਹੈ। ਆਪਾਂ ਦੇਖਦੇ ਹਾਂ, ਦੇਖੋ MV ਰੈਫਰਸ ਟੂ ਦਾ ਫਲੋ ਆਫ ਮਨੀ। M ਕਿਹਨੂੰ ਰੈਫਰ ਕਰਦਾ, ਫਲੋ ਆਫ ਮਨੀ ਓਵਰ ਆ ਪੀਰੀਅਡ ਆਫ ਟਾਈਮ, ਮਤਲਬ ਇੱਕ ਪੀਰੀਅਡ ਆਫ ਟਾਈਮ ਵਿੱਚ, ਇੱਕ ਸਾਲ ਵਿੱਚ, ਇੱਕ ਮੰਥ ਦੇ ਵਿੱਚ, ਠੀਕ ਹੈ। ਸਾਰੀ ਇਕੋਨਮੀ ਦੇ ਵਿੱਚ ਮਨੀ ਦੀ ਸਪਲਾਈ, ਮਨੀ ਦਾ ਫਲੋ ਕਿੱਦਾਂ ਹੋ ਰਿਹਾ, ਠੀਕ ਹੈ, ਉਹਨੂੰ ਰੈਫਰ ਕਰਦਾ। ਐਂਡ ਇਜ਼ ਕੈਲਕੂਲੇਟਡ ਬਾਈ, ਜਿਹੜਾ MV ਆ ਇਹਦੇ ਫਲੋ ਕੰਸੈਪਟ ਆ, ਫਲੋ ਕੰਸੈਪਟ ਨੂੰ ਕਿਵੇਂ ਮੈਜ਼ਰ ਕੀਤਾ ਜਾ ਸਕਦਾ, ਠੀਕ ਹੈ। ਫਲੋ ਆਫ ਮਨੀ ਸਪਲਾਈ ਨੂੰ ਕਿਵੇਂ ਕੈਲਕੂਲੇਟ ਕੀਤਾ ਜਾਂਦਾ, ਇਜ਼ ਕੈਲਕੂਲੇਟਡ ਬਾਈ ਦਾ ਮਲਟੀਪਲਾਈਂਗ ਸਟਾਕ ਆਫ ਮਨੀ, ਠੀਕ ਹੈ, M, ਠੀਕ ਹੈ, ਹੈਲਡ ਬਾਈ ਦਾ ਪਬਲਿਕ ਵਿਦ V। ਮਤਲਬ ਫਲੋ ਆਫ ਮਨੀ ਨੂੰ ਕਿੱਦਾਂ ਆਪਾਂ ਕੈਲਕੂਲੇਟ ਕਰ ਸਕਦੇ ਹਾਂ। M ਮਤਲਬ ਮਨੀ ਇਨ ਦਾ ਸਰਕੂਲੇਸ਼ਨ ਇਨਟੂ, ਠੀਕ ਹੈ, ਵੈਲੋਸਿਟੀ ਆਫ ਮਨੀ ਇਨ ਦਾ ਸਰਕੂਲੇਸ਼ਨ। ਇਹਨੂੰ ਆਪਾਂ ਇੱਦਾਂ ਫਾਈਂਡ ਕਰ ਸਕਦੇ ਹਾਂ। ਇਹਦੇ ਤੋਂ ਬਿਨਾਂ ਵਿਚ ਮੀਨਸ ਦਾ ਐਵਰੇਜ ਨੰਬਰ ਆਫ ਟਾਈਮਸ ਆ ਯੂਨਿਟ ਆਫ ਮਨੀ ਪਾਸਸ ਫਰੋਮ ਵਨ ਹੈਂਡ ਟੂ ਅਨਦਰ ਹੈਂਡ। ਮਤਲਬ ਇਹਦਾ ਕੀ ਮਤਲਬ ਆ, MV ਦਾ ਕੀ ਮਤਲਬ ਆ ਵੀ ਇੱਕ ਕੋਈ ਵੀ ਯੂਨਿਟ ਆ ਮਨੀ ਦੀ, ਮੰਨ ਲਓ ਆਪਣੀ ਇਕੋਨਮੀ ਦੇ ਵਿੱਚ 10 ਰੁਪਏ ਦੀ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ। ਕੀ ਆ, ਜਿਹੜਾ ਰਾਮ ਆ ਉਹਨੇ ਸ਼ਾਮ ਤੋਂ ਕੀ ਲਿਆ, 10 ਰੁਪਏ ਦਾ ਪੈਨ ਲਿਆ, ਠੀਕ ਹੈ। ਅਤੇ ਸ਼ਾਮ ਨੇ ਸੋਹਨ ਤੋਂ ਉਹੀ 10 ਰੁਪਏ ਦਾ ਕੀ ਲੈ ਲਿਆ, ਮਠਿਆਈ ਵਗੈਰਾ ਲੈ ਲਈ, ਠੀਕ ਹੈ। ਹੁਣ ਉਹੀ ਪੈਸਿਆਂ ਦਾ ਸੋਹਨ ਨੇ ਕੀ ਕੀਤਾ, ਮੋਹਨ ਤੋਂ ਅੱਗੇ 10 ਰੁਪਏ ਦੀ ਕਾਪੀ ਲੈ ਲਈ, ਠੀਕ ਹੈ। ਹੁਣ ਆਪਾਂ ਦੇਖ ਸਕਦੇ ਹਾਂ ਵੀ ਇਹੀ 10 ਰੁਪਏ ਦਾ ਫਲੋ ਕਿਹਦੇ ਕੋਲ ਚੱਲਿਆ, 1 2 3 4 ਬੰਦਿਆਂ ਕੋਲ ਜਿਹੜੀ ਇਹਦੀ ਵੈਲੋਸਿਟੀ ਗਈ, ਇਹਨੂੰ ਕੀ ਕਹਿੰਦੇ ਆ, ਵੈਲੋਸਿਟੀ ਆਫ ਮਨੀ, ਠੀਕ ਹੈ। ਇਹਦਾ ਸਰਕੂਲੇਸ਼ਨ ਕਿਵੇਂ ਹੋਇਆ, ਪਹਿਲਾਂ ਇੱਕ ਬੰਦੇ ਤੋਂ ਦੂਸਰੇ ਬੰਦੇ ਤੱਕ ਇਹੀ 10 ਰੁਪਏ 4 ਵਾਰੀ ਸਰਕੂਲੇਟ ਹੋਏ, ਠੀਕ ਹੈ। ਮਤਲਬ ਵਨ ਹੈਂਡ ਟੂ ਅਨਦਰ ਹੈਂਡ, ਇਹ ਕਿਹਦੇ ਤੋਂ ਚੱਲੇ ਸੀ, ਰਾਮ ਤੋਂ ਲੈ ਕੇ ਸੋਹਨ ਤੱਕ ਚੱਲੇ, ਠੀਕ ਹੈ। ਇਹਨੂੰ ਹੀ ਕਿਹਾ ਜਾਂਦਾ ਸਪਲਾਈ ਆਫ ਮਨੀ, ਠੀਕ ਹੈ। ਇੱਥੇ ਹੀ ਆਪਣਾ ਇਹ ਟੋਪਿਕ ਆ ਜਿਹੜਾ ਫਿਨਿਸ਼ ਹੋ ਜਾਂਦਾ। ਥੈਂਕ ਯੂ ਸਟੂਡੈਂਟਸ।